ਬੱਚਿਓ ਅੱਜ ਦੀ ਬੀਏ 3rd ਸਮੈਸਟਰ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਤੁਹਾਡਾ ਜਿਹੜਾ ਸਵਾਗਤ ਹੈ। ਕੱਲ ਜਿਵੇਂ ਅਸੀਂ ਲਾਈਵ ਕਲਾਸ ਦੇ ਵਿੱਚ ਸੈਂਟਰ ਸਟੇਟ ਰਿਲੇਸ਼ਨਸ ਵਾਲਾ ਟੌਪਿਕ ਕਰ ਰਹੇ ਸੀ ਤਾਂ ਉਹਦੇ ਵਿੱਚ ਅਸੀਂ ਵਿੱਤੀ ਸੰਬੰਧਾਂ ਉੱਤੇ ਜਿਹੜੀ ਹੈ ਚਰਚਾ ਕਰ ਰਹੇ ਸੀ। ਤਾਂ ਉਹਦੇ ਵਿੱਚ ਇੱਕ ਟੌਪਿਕ ਆਇਆ ਸੀ ਗੁੱਡਸ ਐਂਡ ਸਰਵਿਸਿਜ਼ ਟੈਕਸ, ਜਿਹਨੂੰ ਆਪਾਂ ਜੀਐਸਟੀ ਕਹਿੰਦੇ ਹਾਂ। ਔਰ ਜੀਐਸਟੀ ਜਿਹੜਾ ਸੀਗਾ ਕੇਂਦਰ ਸਰਕਾਰ ਨੇ ਜਦੋਂ ਮੋਦੀ ਸਰਕਾਰ ਦਾ ਪਹਿਲੀ ਟਰਮ ਸੀਗੀ ਉਹਦੇ ਵਿੱਚ ਜਿਹੜਾ ਹੈ ਉਹਨਾਂ ਨੇ 2017 ਦੇ ਵਿੱਚ ਇਸ ਨੂੰ ਜਿਹੜਾ ਹੈ 1 ਜੁਲਾਈ 2017 ਨੂੰ ਇਸ ਨੂੰ ਜਿਹੜਾ ਸੀਗਾ ਲਾਗੂ ਕੀਤਾ ਸੀ। ਮਤਲਬ ਕਿ ਜਿਹੜਾ ਗੁੱਡਸ ਐਂਡ ਸਰਵਿਸਿਜ਼ ਟੈਕਸ ਹੈ, ਬਹੁਤ ਸਾਰੇ ਜਿਹੜੇ ਐਗਜ਼ਿਸਟਿੰਗ ਟੈਕਸ ਸੀਗੇ ਉਹਨੂੰ ਖਤਮ ਕਰਕੇ ਜਿਹੜਾ ਸੀ ਇਹ ਟੈਕਸੇਸ਼ਨ ਸਿਸਟਮ ਜਿਹੜਾ ਸੀਗਾ ਉਹ ਸ਼ੁਰੂ ਜਿਹੜਾ ਸੀਗਾ ਉਹ ਕੀਤਾ ਗਿਆ ਸੀ। ਹੁਣ ਮੈਂ ਤੁਹਾਡੇ ਨਾਲ ਇੱਥੇ ਇੱਕ ਡਾਕੂਮੈਂਟ ਸ਼ੇਅਰ ਕਰੂੰਗਾ। ਹੁਣ ਜੀਐਸਟੀ ਦੀ ਅਗਰ ਅਸੀਂ ਫੁੱਲ ਫਾਰਮ ਦੀ ਗੱਲ ਕਰੀਏ ਜਾਂ ਇਸ ਨੂੰ ਪਰਿਭਾਸ਼ਿਤ ਕਰਨ ਦੀ ਅਗਰ ਅਸੀਂ ਕੋਸ਼ਿਸ਼ ਕਰੀਏ, ਗੁੱਡਸ ਐਂਡ ਸਰਵਿਸ ਟੈਕਸ ਇਜ਼ ਅ ਕੰਪਰੀਹੈਂਸਿਵ ਟੈਕਸ ਲੈਵੀ ਔਨ ਮੈਨੂਫੈਕਚਰ, ਸੇਲ ਐਂਡ ਕੰਜ਼ੰਪਸ਼ਨ ਆਫ ਗੁੱਡਸ ਐਂਡ ਸਰਵਿਸਿਜ਼ ਐਟ ਨੈਸ਼ਨਲ ਲੈਵਲ। ਹੁਣ ਜੀਐਸਟੀ ਕੀ ਹੈ? ਇੱਕ ਤਰ੍ਹਾਂ ਦਾ ਬਹੁਤ ਕੰਪਰੀਹੈਂਸਿਵ ਟੈਕਸ ਸਿਸਟਮ ਹੈਗਾ, ਜਿਹੜਾ ਕਿ ਜਿਹੜੀ ਚੀਜ਼ ਬਣਦੀ ਹੈ ਉਹਦੇ ਉੱਤੇ ਲੱਗਦਾ ਹੈ, ਜਿਹੜੀ ਚੀਜ਼ ਅਸੀਂ ਵੇਚਦੇ ਹਾਂ ਉਹਦੇ ਉੱਤੇ ਲੱਗਦਾ ਹੈ, ਔਰ ਜਿਹੜੀ ਚੀਜ਼ ਅਸੀਂ ਕੰਜ਼ਿਊਮ ਕਰਦੇ ਹਾਂ, ਖਾਂਦੇ ਹਾਂ ਜਾਂ ਕੁਝ ਕਰਦੇ ਉਹਦੇ ਉੱਤੇ ਵੀ ਲੱਗਦਾ ਹੈ। ਠੀਕ ਹੈ ਜੀ। ਦੂਸਰਾ ਪੁਆਇੰਟ ਇਹਦੇ ਵਿੱਚ ਹੈਗਾ ਜੀਐਸਟੀ ਇਜ਼ ਅ ਟੈਕਸ ਔਨ ਗੁੱਡਸ ਐਂਡ ਸਰਵਿਸਿਜ਼ ਵਿਦ ਦ ਵੈਲਿਊ ਐਡੀਸ਼ਨ ਐਟ ਈਚ ਸਟੇਟ। ਇਹਦੇ ਵਿੱਚ ਜਿਹੜੀ ਈਚ ਸਟੇਜ ਹੈ ਉਹਦੇ ਵਿੱਚ ਵੈਲਿਊ ਐਡੀਸ਼ਨ ਦੇ ਹਿਸਾਬ ਦੇ ਨਾਲ ਜਿਹੜਾ ਹੈ ਟੈਕਸ ਲੱਗਦਾ ਹੈ। ਜੀਐਸਟੀ ਵਿਲ ਇਨਕਲੂਡ ਮੈਨੀ ਸਟੇਟ ਐਂਡ ਸੈਂਟਰ ਲੈਵਲ ਇਨਡਾਇਰੈਕਟ ਟੈਕਸਿਸ। ਜਿਹੜਾ ਮੈਂ ਤੁਹਾਨੂੰ ਜਿੱਦਾਂ ਪਹਿਲੇ ਦੱਸਿਆ, ਬਹੁਤ ਤਰ੍ਹਾਂ ਦੇ ਇਨਡਾਇਰੈਕਟ ਟੈਕਸਿਸ ਲੱਗਦੇ ਸੀ ਜੀਐਸਟੀ ਦੇ ਆਉਣ ਤੋਂ ਪਹਿਲਾਂ। ਸੋ ਇਹਨਾਂ ਨੂੰ ਖਤਮ ਕਰਕੇ ਜਿਹੜਾ ਹੈ ਸਟੇਟ ਅਤੇ ਸੈਂਟਰ ਲੈਵਲ ਦੇ ਉੱਤੇ ਜਿਹੜਾ ਇਨਡਾਇਰੈਕਟ ਟੈਕਸ ਹੈ ਉਹਨੂੰ ਇੱਕ ਕੀਤਾ ਗਿਆ। ਠੀਕ ਹੈ, ਸੈਂਟਰ ਲੈਵਲ ਤੇ ਵੀ ਲੱਗਦਾ ਹੈ, ਸਟੇਟ ਲੈਵਲ ਤੇ ਵੀ ਲੱਗਦਾ ਹੈ। ਇਟ ਓਵਰਕਮਸ ਡਰਾਬੈਕ ਆਫ ਅ ਪ੍ਰੈਜ਼ੈਂਟ ਟੈਕਸ ਸਿਸਟਮ। ਜਿਹੜਾ ਪ੍ਰੈਜ਼ੈਂਟ ਸਿਸਟਮ ਹੈਗਾ ਟੈਕਸੇਸ਼ਨ ਦਾ, ਉਹਦੇ ਵਿੱਚ ਇਹਨੇ ਕਾਫੀ ਜਿਹੜੀ ਹੈ ਇੰਪਰੂਵਮੈਂਟ ਕੀਤੀ ਹੈ, ਜਾਂ ਉਹਨੂੰ ਸੁਧਾਰਨ ਵਾਸਤੇ ਹੀ ਜਿਹੜਾ ਇਹ ਸਟੈਪ ਜਿਹੜਾ ਸੀਗਾ ਕੇਂਦਰ ਸਰਕਾਰ ਦੁਆਰਾ ਜਿਹੜਾ ਸੀਗਾ ਉਹ ਚੱਕਿਆ ਗਿਆ ਸੀ। ਹੁਣ ਅਗਲੀ ਸਲਾਈਡ ਤੇ ਆਨੇ ਆਪਾਂ। ਹੁਣ ਡਾਇਰੈਕਟ ਟੈਕਸ ਦੇ ਵਿੱਚ ਕਿਹੜੇ ਕਿਹੜੇ ਟੈਕਸਿਸ ਆਉਂਦੇ ਆ? ਇਨਕਮ ਟੈਕਸ, ਕਾਰਪੋਰੇਟ ਟੈਕਸ ਤੇ ਵੈਲਥ ਟੈਕਸ। ਇਹ ਡਾਇਰੈਕਟ ਟੈਕਸ ਹੈ ਜਿਹੜੇ ਕਿ ਹੁਣ ਜਿੱਦਾਂ ਕਿਸੇ ਦੀ ਇੰਡਸਟਰੀ ਹੈ, ਜਿੱਦਾਂ ਅਡਾਨੀ ਹੈ ਜਾਂ ਅੰਬਾਨੀ ਹੈ ਜਾਂ ਹੋਰ ਵੱਡੇ ਇੰਡਸਟਰੀਲਿਸਟ ਹੈਗੇ ਆ, ਉਹ ਕਾਰਪੋਰੇਟ ਟੈਕਸ ਦਿੰਦੇ ਆ। ਉਹ ਇਨਕਮ ਟੈਕਸ ਨਹੀਂ ਦਿੰਦੇ, ਕਾਰਪੋਰੇਟ ਟੈਕਸ ਵੀ ਦਿੰਦੇ ਆ ਔਰ ਇਨਕਮ ਟੈਕਸ ਵੀ ਦਿੰਦੇ ਆ। ਸੋ ਇਹ ਜਿਹੜੇ ਟੈਕਸ ਹੈਗੇ ਔਰ ਵੈਲਥ ਟੈਕਸ ਵੀ ਦਿੰਦੇ ਆ, ਇਹਨਾਂ ਨੂੰ ਅਸੀਂ ਜਿਹੜਾ ਡਾਇਰੈਕਟ ਟੈਕਸ ਮੰਨਦੇ ਹਾਂ। ਇਨਡਾਇਰੈਕਟ ਟੈਕਸਿਸ ਦੇ ਵਿੱਚ ਕਿਹੜੇ ਕਿਹੜੇ ਟੈਕਸ ਆ ਜਾਂਦੇ? ਐਕਸਾਈਜ਼ ਡਿਊਟੀ ਆ ਜਾਂਦੀ ਹੈ, ਕਸਟਮ ਡਿਊਟੀ ਆ ਜਾਂਦੀ ਹੈ, ਸਰਵਿਸ ਟੈਕਸ ਆ ਜਾਂਦਾ ਹੈ, ਆਕਟਰਾਈ ਟੈਕਸ ਆ ਜਾਂਦਾ ਤਾਂ ਵੈਟ ਆ ਜਾਂਦਾ। ਸੋ ਇਹ ਸਾਰੇ ਟੈਕਸਿਸ ਨੂੰ ਖਤਮ ਕਰਕੇ ਜਿਹੜਾ ਹੈ ਉਹਦੀ ਜਗ੍ਹਾ ਜਿਹੜਾ ਹੈ ਜੀਐਸਟੀ ਜਿਹੜੀ ਰਜੀਮ ਹੈ ਉਹਨੂੰ ਜਿਹੜਾ ਸੀਗਾ ਲਿਆਂਦਾ ਗਿਆ ਸੀ। ਹੁਣ ਨੈਕਸਟ ਸਲਾਈਡ ਤੇ ਆਪਾਂ ਆਨੇ। ਮੈਥਡ ਆਫ ਟੈਕਸੇਸ਼ਨ। ਪ੍ਰੋਗਰੈਸਿਵ ਟੈਕਸ, ਇਨਕਰੀਜ਼ਿੰਗ ਰੇਟ ਆਫ ਟੈਕਸ ਫॉर ਇਨਕਰੀਜ਼ਿੰਗ ਵੈਲਿਊ ਆਫ ਵੋਲਮ। ਜਿੱਦਾਂ ਜਿੱਦਾਂ ਕਿਸੇ ਵੀ ਵਸਤੂ ਦੀ ਜਿਹੜੀ ਵੈਲਿਊ ਆ ਉਹ ਵੱਧਦੀ ਹੈ, ਉਹਦੇ ਹਿਸਾਬ ਨਾਲ ਜਿਹੜਾ ਹੈ ਜੀਐਸਟੀ ਦੇ ਵਿੱਚ ਜਿਹੜਾ ਹੈ ਟੈਕਸ ਜਿਹੜਾ ਹੈ ਉਹ ਵੱਧਦਾ ਹੈ। ਰਿਗਰੈਸਿਵ ਟੈਕਸ, ਡਿਕਰੀਜ਼ਿੰਗ ਰੇਟ ਆਫ ਟੈਕਸ ਫॉर ਇਨਕਰੀਜ਼ਿੰਗ ਵੈਲਿਊ ਔਰ ਵੋਲਿਊਮ। ਅਗਰ ਕਿਸੇ ਚੀਜ਼ ਦੀ ਪ੍ਰਾਈਸ ਘੱਟ ਹੁੰਦੀ ਹੈ, ਰਿਗਰੈਸਿਵ ਮਤਲਬ ਅਸੀਂ ਕਿਸੇ ਚੀਜ਼ ਦੇ ਟੈਕਸ ਨੂੰ ਘਟਾ ਵੀ ਸਕਦੇ, ਵਧਾ ਵੀ ਸਕਦੇ। ਅਗਰ ਵੈਲਿਊ ਵਧੀ ਤਾਂ ਟੈਕਸ ਵਧਣਾ ਹੈ, ਅਗਰ ਵੈਲਿਊ ਘਟੀ ਤਾਂ ਟੈਕਸ ਜਿਹੜਾ ਹੈ ਉਹ ਘਟ ਜਾਏਗਾ। ਫਿਰ ਉਸ ਤੋਂ ਬਾਅਦ ਅਗਲਾ ਹੈਗਾ ਪ੍ਰੋਪੋਰਸ਼ਨਲ ਟੈਕਸ। ਪ੍ਰੋਪੋਰਸ਼ਨਲ ਟੈਕਸ, ਫਿਕਸਡ ਰੇਟ ਆਫ ਟੈਕਸ ਫॉर एवरी ਲੈਵਲ ਆਫ ਇਨਕਮ ਔਰ ਪ੍ਰੋਡਕਸ਼ਨ। ਠੀਕ ਹੈ ਜੀ। ਪ੍ਰੋਪੋਰਸ਼ਨਲ ਟੈਕਸ ਹੈ ਔਰ ਫਿਕਸਡ ਰੇਟ ਜਿਹੜਾ ਹੈ ਰੱਖਿਆ ਜਾਂਦਾ, ਚੀਜ਼ਾਂ ਨੂੰ ਜਿਹੜਾ ਹੈ ਇੱਕ ਸਲੈਬ ਦੇ ਵਿੱਚ ਰੱਖਿਆ ਜਾਂਦਾ। ਜਿੱਦਾਂ ਅਗਰ ਆਪਾਂ ਜੀਐਸਟੀ ਦੀ ਗੱਲ ਕਰੀਏ, ਜੀਐਸਟੀ ਦੇ ਵਿੱਚ 3 ਜਾਂ 4 ਜਿਹੜੀਆਂ ਸਲੈਬਸ ਹੈ। ਜਿਹੜੀ ਹਾਇਰ ਸਲੈਬ ਹੈਗੀ ਆ ਉਹਦੇ ਵਿੱਚ 28% ਟੈਕਸ ਲੱਗਦਾ। ਉਸ ਤੋਂ ਜਿਹੜੀ ਲੋਅਰ ਸਲੈਬ ਹੈ ਉਹਦੇ ਵਿੱਚ 18% ਟੈਕਸ ਲੱਗਦਾ। ਉਸ ਤੋਂ ਜਿਹੜੀ ਲੋਅਰ ਸਲੈਬ ਉਹਦੇ ਵਿੱਚ 12% ਟੈਕਸ ਲੱਗਦਾ, ਔਰ ਜਿਹੜੀ ਸਭ ਨਾਲੋਂ ਲੋਅਰ ਸਲੈਬ ਹੈ ਉਹਦੇ ਵਿੱਚ 5% ਜਿਹੜਾ ਹੈ ਟੈਕਸ ਲੱਗਦਾ। ਠੀਕ ਹੈ ਜੀ। ਹੁਣ ਅਗਲੀ ਸਲਾਈਡ ਤੇ ਆਉਂਦੇ। ਸ਼ਾਰਟਕਮਿੰਗਸ ਇਨ ਕਰੰਟ ਸਿਸਟਮ। ਕਿਹੜੀਆਂ ਕਿਹੜੀਆਂ ਜਿਹੜੀਆਂ ਖਾਮੀਆਂ ਸੀਗੀਆਂ ਜਿਹਦੇ ਕਰਕੇ ਇਹ ਜ਼ਰੂਰੀ ਹੋ ਗਿਆ ਸੀਗਾ ਕਿ ਭਾਰਤ ਦੇ ਵਿੱਚ ਜਿਹੜਾ ਹੈ ਜੀਐਸਟੀ ਨੂੰ ਜਿਹੜਾ ਹੈ ਲਿਆਂਦਾ ਗਿਆ।
टैक्स कास्केडिंग टैक्स हुंदा है टैक्स उत्ते जो टैक्स लगाया जाता है। मान लो असी एक फ्रिज खरीदया दुकान तो, ठीक है, जो खरीदया उदों असी टैक्स दिता, उस तो बाद जो असी साडे घर तक पहुंचना है, अगर किसी गड्डी च पहुंचना तो फिर असी टैक्स दिता, किराया टैक्स दिता। हुण हुण इक्को वारी जिहड़ा हैगा टैक्स लगदा है, मतलब कि जिहड़ी मान लो असी फ्रिज दुकान तो खरीदया, जिन्ना उहदा GST बनदा है, जिन्ना स्टेट का हिस्सा बनता स्टेट में जाता, जिन्ना जिन्ना केंद्र सरकार का हिस्सा बनता वो केंद्र सरकार में जिहड़ा जाता। सो कास्केडिंग जिहड़ा टैक्स सिस्टम सीगा वो एक शॉर्टकमिंग सी जिन्हें GST ने जिन्हें की दूर किया। फिर जिहड़ा पहले टैक्सेशन सिस्टम सीगा वो बहुत ज़्यादा जिहड़ा है वो कंपलैक्स सी, बहुत ज़्यादा उहदे विच जिहड़ियां शॉर्टकमिंग्स सीगियां, कंपलैक्स सीगा। फिर टैक्सेशन एट मैन्युफैक्चरिंग लैवल, अगे की सीगा मैन्युफैक्चरिंग लैवल उत्ते भी जिहड़ा है टैक्स लगदा सी। सो हुण भी लगदा है टैक्स, पर एक जिहड़ा है इकट्ठा जिहड़ा है टैक्स जिहड़ा है इनक्लूजन ऑफ सर्विस, टैक्स एवेजन हुंदी सी, टैक्स दी चोरी हुंदी सी, फिर करप्शन हुंदी सी। इस करके जिहड़ी गवर्नमेंट है उन्हें GST नूं जिहड़ा सीगा इन्हां शॉर्टकमिंग्स करके जिहड़ा सी GST नूं जिहड़ा सीगा लागू जिहड़ा सी वो कीता सी। ठीक है, अगली स्लाइड पे आप आने। ठीक है, कास्केडिंग इफेक्ट ऑफ प्रेजेंट टैक्स सिस्टम, प्रोड्यूसर मैन्युफैक्चर कॉस्ट ऑफ इनपुट, प्रोड्यूसर ए वैल्यू ऑफ आउटपुट। ठीक है जी, हुण ये पुराना जिहड़ा है टैक्स सिस्टम सी उहदे बारे एग्जांपल दी हुई है। वो कहता जिहड़ा कि पहला प्रोड्यूसर है उन्हें एक चीज़ 100 रुपए की बनाई, ਉਹਦੇ ਉੱਤੇ 10% टैक्स लग्या, ਜਿਹੜੀ ਉਹਦੀ सैलिंग प्राइस हुई वो 110 रुपए हो गई। ठीक है, टैक्स बर्डन कितना पिया लोगों उत्ते 10 रुपए। ठीक है, प्रोड्यूसर भी जिहड़ा हैगा है, फिर वो चीज़ जिहड़ा है प्रोड्यूसर बी को गई 110 रुपए ਉਹਦੀ ਉਹਦੇ ਲੱਗੀ लागत, वैल्यू ऑफ टैक्स आउटपुट हुई 150, ਉਹਦੇ ਤੇ 10% टैक्स लगा, मतलब डिफरेंट लैवल ਤੇ टैक्सेस लगते ਸੀਗੇ। मतलब जी 100 रुपए की चीज़ पहले 110 रुपए की हुई, फिर जी 110 रुपए की चीज़ है वो अगे 150 रुपए की हुई, फिर 150 रुपए की जी चीज़ सी ਉਹਦੇ ਉੱਤੇ ਜਿਹੜਾ ਸੀ 10% ਜਿਹੜਾ ਹੈ ਟੈਕਸ ਲੱਗਿਆ, 165 रुपए की हो गई। ठीक है, टैक्स बर्डन कितना हो गया, प्रोड्यूसर बी तक पहुंचदा 15 रुपए होर पै गया, तो सो टोटल टैक्स बर्डन कितना हो गया 25 रुपए हो गया। हुण अगर असी प्रोड्यूसर सी लईए, प्रोड्यूसर सी जिहड़ा हैगा 165 रुपए कॉस्ट ऑफ जिहड़ी, मतलब कि तीसरे बंदे तक जांदे जांदा जिहड़ी चीज़ है उसकी कीमत 165 रुपए हुई, जिहड़ी चीज़ 100 रुपए की चली पिछों वो तीजे बंदे तक पहुंचदे 165 रुपए की हो गई, तो 200 रुपया ਉਹਦੀ वैल्यू आउटपुट हो गई। मतलब उस तो बाद जो अगे गई 200 रुपए की हो गई, 200 रुपए ते 10% टैक्स लग गया, 220 रुपए की हो गई, टैक्स बर्डन कितना पै गया 20 रुपए आ गए। सो एक कास्केडिंग जिहड़ा टैक्स सिस्टम सीगा, प्रेजेंट सिस्टम सीगा, ਉਹਨੂੰ रिमूव करन वास्ते जिहड़ा सीगा GST ने मतलब लिया, मतलब GST लियांदा गया सी। ਹੁਣ वैल्यू एडिड टैक्स जिहड़ा उस तो पहला अगर आपां गल करिए कास्केडिंग इफेक्ट नूं टैक्स सिस्टम नूं खामियां नूं दूर करने लई पहले वैल्यू एडिड टैक्स लियांदा गया सी, इंप्लीमेंटेड ऑन April 1, 2005। it is a replacement of complex sale tax system। ਜਿਹੜਾ complex sale tax system ਸੀਗਾ ਉਹਨੂੰ वैल्यू एडिड टैक्स सिस्टम ने ਜਿਹੜਾ ਸੀਗਾ रिप्लेस ਜਿਹੜਾ ਸੀਗਾ ਉਹ ਕੀਤਾ। फिर it overcomes the cascading effect on tax। ਜਿਹੜਾ ਕਾਸਕੇਡਿੰਗ ਇਫੈਕਟ ਹੁੰਦਾ ਹੈ, मतलब कि ਜਿਹੜਾ ਬਾਰ-ਬਾਰ ਲੋਕਾਂ ਉੱਤੇ ਟੈਕਸ ਲੱਗ ਰਿਹਾ ਸੀਗਾ ਉਹਦਾ ਟੈਕਸ ਬਰਡਨ ਜਿਹੜਾ ਸੀਗਾ ਲੋਕਾਂ ਉੱਤੇ ਜਿਹੜਾ ਪੈ ਰਿਹਾ ਸੀਗਾ। ਇਟ ਇਜ਼ ਅਪਲਾਈਡ ਔਨ ਵੈਲਿਊ ਐਡਿਡ ਪੋਰਸ਼ਨ ਆਫ ਸੇਲਸ, ਵੈਲਿਊ ਐਡਿਡ ਪੋਰਸ਼ਨ ਉੱਤੇ ਜਿਹੜਾ ਸੀਗਾ ਵੈਟ ਦੇ ਅਧੀਨ ਜਿਹੜਾ ਸੀਗਾ ਟੈਕਸ ਜਿਹੜਾ ਸੀ ਲੱਗਦਾ ਸੀ। ਹੁਣ ਇਹਦੇ ਵਿੱਚ ਇਲਸਟ੍ਰੇਸ਼ਨ ਆਫ ਵੈਟ ਬਾਰੇ ਦੱਸਿਆ ਗਿਆ ਹੈ। In previous example, the value added by B was only 50, 150 minus 100, tax on the producer B would be ₹5 and 10% on 50। सो इन्ना आपां नूं डिटेल च जाण दी लोड़ नहीं है, कहण दा मतलब सीगा कि जिहड़ी वैट सिस्टम सीगा ਉਹਦੇ ਵਿੱਚ ਵੀ ਜਿਹੜਾ ਸੀਗਾ ਕਾਸਕੇਡਿੰग ਇਫੈਕਟ ਆਫ ਜਿਹੜਾ ਟੈਕਸ ਸੀਗਾ ਉਹ ਘਟ ਨਹੀਂ।
मतलब ਜਿਹੜੇ ਬਾਰ-ਬਾਰ ਟੈਕਸ ਦਾ ਬਰਡਨ ਹੈ ਉਹ ਘੱਟ ਨਹੀਂ ਹੋਇਆ, ਪਰ ਉਹਨੂੰ ਥੋੜਾ ਮਿਨੀਮਾਈਜ਼ ਕਰਨ ਦੇ ਵਿੱਚ ਜਿਹੜਾ ਸੀਗਾ ਸਾਨੂੰ ਜਿਹੜੀ ਸੀ ਮਦਦ ਜਿਹੜੀ ਉਹ ਮਿਲੀ। The problems with VAT, it was not uniform in nature. VAT is different from different states, different rates of taxation on different goods. मतलब ਜਿਹੜਾ वैट सिस्टम ਸੀਗਾ ਉਹ ਵੀ ਜਿਹੜਾ ਸੀਗਾ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਜਿਹੜਾ ਸਿੱਧ ਨਹੀਂ ਹੋਇਆ, यूनिफॉर्म नहीं ਸੀਗਾ in nature। ਕਿਸੇ ਚੀਜ਼ ਤੇ 12% ਟੈਕਸ ਲੱਗ ਰਿਹਾ ਸੀਗਾ, ਕਿਸੇ ਚੀਜ਼ ਤੇ 5% ਟੈਕਸ ਲੱਗ ਰਿਹਾ ਸੀਗਾ। ਜੀਐਸਟੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ, ਪਰ ਵੈਟ ਉਹ ਡਿਫਰੈਂਟ ਸਟੇਟ ਦੇ ਵਿੱਚ ਇੱਕ ਚੀਜ਼ ਉੱਤੇ ਡਿਫਰੈਂਟ ਤਰ੍ਹਾਂ ਦਾ ਵੈਟ ਸਲੈਬ ਲੱਗ ਰਹੀ ਸੀ, ਜਦ ਕਿ ਜੀਐਸਟੀ ਦੇ ਅੰਦਰ ਚਾਹੇ ਜਿਹੜੀਆਂ ਸਲੈਬਸ ਹੈ ਉਹ ਅਲੱਗ-ਅਲੱਗ ਨੇ, ਪਰ ਉਹਨਾਂ ਦੇ ਵਿੱਚ ਕੀ ਹੈਗਾ ਹੈ, ਉਹਨਾਂ ਸਲੈਬਸ ਦੇ ਵਿੱਚ ਇੱਕੋ ਹੀ ਸਲੈਬ ਪੂਰੇ ਇੰਡੀਆ ਦੇ ਵਿੱਚ ਲਾਗੂ ਹੈ। ਮੰਨ ਲਓ ਜਿਹੜੀਆਂ ਚੀਜ਼ਾਂ 12% ਬ੍ਰੈਕਟਡ ਕੀਤੀਆਂ ਗਈਆਂ ਹੈ, ਜਿਹੜੇ ਕੰਜ਼ਿਊਮਰ ਗੁੱਡਸ 12% ਬ੍ਰੈਕਟ ਕੀਤੇ ਗਏ ਉਹ 12% ਪੂਰੇ ਦੇਸ਼ ਦੇ ਵਿੱਚ ਉਨਾ ਹੀ ਟੈਕਸ ਲੱਗਣਾ। 12 मतलब 6% ਸੈਂਟਰਲ ਗਵਰਨਮੈਂਟ ਨੂੰ ਜਾਣਾ ਤਾਂ 6% ਹੀ ਜਿਹੜਾ ਹੈ ਰਾਜ ਸਰਕਾਰਾਂ ਨੂੰ ਜਾਣਾ, ਜਿੱਦਾਂ ਕਿ ਵੈਟ ਦੇ ਵਿੱਚ ਇਸ ਤਰ੍ਹਾਂ ਨਹੀਂ ਸੀ। ਵੈਟ ਇਜ਼ ਡਿਫਰੈਂਟ ਫਰੋਮ ਫॉर ਡਿਫਰੈਂਟ ਸਟੇਟਸ। ਹਲੇ ਵੀ ਜਿਹੜਾ ਤੁਸੀਂ ਪੈਟਰੋਲ ਦੇਖ ਲਓ, ਜਿਹੜਾ ਪੈਟਰੋਲ ਹੈ ਹਲੇ ਉਹ ਜੀਐਸਟੀ ਦੇ ਅੰਡਰ ਨਹੀਂ ਹੈ। ਸੋ ਡਿਫਰੈਂਟ ਸਟੇਟਸ ਦੇ ਵਿੱਚ ਪੈਟਰੋਲ ਦਾ ਰੇਟ ਡਿਫਰੈਂਟ ਇਸ ਕਰਕੇ ਹੈ ਕਿਉਂਕਿ ਉੱਥੇ ਜਿਹੜਾ ਪੈਟਰੋਲ ਉੱਤੇ ਵੈਟ ਲੱਗਦਾ ਹੈ ਉਹ ਡਿਫਰੈਂਟ ਹੈ, ਜਿਹੜਾ ਸੇਲ ਟੈਕਸ ਲੱਗਦਾ ਹੈ ਉਹ ਡਿਫਰੈਂਟ ਹੈ। ਹੁਣ ਪੰਜਾਬ ਦੇ ਵਿੱਚ ਜਿਹੜਾ ਪੈਟਰੋਲ ਹੈਗਾ ਸਿਟੀ ਟੂ ਸਿਟੀ ਵੀ ਵੇਰੀ ਕਰ ਰਿਹਾ। ਹੁਣ ਜੇ ਅੰਮ੍ਰਿਤਸਰ ਦਾ ਪੈਟਰੋਲ ਦਾ ਰੇਟ ਹੋਰ ਹੈ, ਜਲੰਧਰ ਪੈਟਰੋਲ ਦਾ ਰੇਟ ਹੋਰ ਹੈ, ਜੇ ਆਪਾਂ ਜਲੰਧਰ ਤੋਂ ਟਾਂਡੇ ਤੱਕ ਆਈਏ ਜਿਹੜੇ ਰਸਤੇ 'ਚ ਪੈਟਰੋਲ ਪੰਪ ਪੈਂਦੇ ਆ ਉਹਨਾਂ ਵਿੱਚ ਜਿਹੜਾ ਪੈਟਰੋਲ ਦਾ ਰੇਟ ਜਿਹੜਾ ਅਲੱਗ ਹੈ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜਾ ਵੈਟ ਸੀਗਾ, ਵੈਟ ਦੇ ਅੰਦਰ ਜਿਹੜਾ ਸੀ ਡਿਫਰੈਂਟ ਸਟੇਟਸ ਦੇ ਵਿੱਚ ਜਿਹੜਾ ਹੈ ਡਿਫਰੈਂਟ। ਹਲੇ ਜਿੱਦਾਂ ਮੈਂ ਤੁਹਾਨੂੰ ਪੈਟਰੋਲੀਅਮ ਦੀ ਐਗਜ਼ਾਮਪਲ ਜਿਹੜੀ ਆ ਉਹ ਦਿੱਤੀ, ਡਿਫਰੈਂਟ ਰੇਟਸ ਫॉर ਟੈਕਸੇਸ਼ਨ ਇਨ ਡਿਫਰੈਂਟ ਗੁੱਡਸ। ਡਿਫਰੈਂਟ ਗੁੱਡਸ ਦੇ ਉੱਤੇ ਡਿਫਰੈਂਟ ਟੈਕਸੇਸ਼ਨ, ਜਿੱਦਾਂ ਇਲੈਕਟ੍ਰੋਨਿਕਸ ਦੇ ਉੱਤੇ 5% 7%। ਇਲੈਕਟ੍ਰੋਨਿਕਸ ਦੇ ਵਿੱਚ ਵੀ ਡਿਫਰੈਂਟ ਸਲੈਬ ਸੀਗੀਆਂ। ਕੰਪਿਊਟਰ ਹੈ ਉਹਦੇ ਤੇ 7% ਲੱਗ ਰਿਹਾ, ਪ੍ਰਿੰਟਰ ਹੈ ਉਹਦੇ ਤੇ 10% ਲੱਗ ਰਿਹਾ। ਇਸੇ ਤਰ੍ਹਾਂ ਅਲੱਗ-ਅਲੱਗ ਜਿਹੜਾ ਚੀਜ਼ ਸੀ, ਇਸ ਕਰਕੇ ਇਹਨੂੰ ਰਿਪਲੇਸ ਕਰਨ ਦੀ ਲੋੜ ਪਈ। ਠੀਕ ਹੈ ਜੀ। ਹੁਣ ਠੀਕ ਹੈ, ਇਹਦੇ ਵਿੱਚ ਹੁਣ ਫਾਇਦੇ ਕੀ ਹੋਏ ਜੀਐਸਟੀ ਦੇ? ਕਾਮਨ ਯੂਨੀਫਾਈਡ ਟੈਕਸ ਰੇਟ ਫॉर ਗੁੱਡਸ ਐਂਡ ਸਰਵਿਸਿਜ਼ which may be ideally revenue neutral dual tax। ਸੋ ਇੰਨਾ ਆਪਾਂ ਨੂੰ ਡਿਟੇਲਸ ਜਾਣ ਦੀ ਲੋੜ ਨਹੀਂ ਹੈ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜਾ ਕਾਸਕੇਡਿੰਗ ਇਫੈਕਟ ਆਫ ਟੈਕਸਸ ਸੀਗਾ ਉਹਨੂੰ ਜੀਐਸਟੀ ਨੇ ਘੱਟ ਕੀਤਾ। ਜੀਐਸਟੀ ਨੇ ਇੱਕ ਯੂਨੀਫਾਰਮ ਰੇਟ ਆਫ ਟੈਕਸਸ ਜਿਹੜਾ ਲਿਆਂਦਾ, ਬਹੁਤ ਸਾਰੇ ਜਿਹੜੇ ਕਾਸਕੇਡਿੰਗ ਟੈਕਸਸ ਸੀਗੇ ਉਹਨੂੰ ਖਤਮ ਕੀਤਾ। ਸੋ ਉਹਦੇ ਨਾਲ ਜਿਹੜਾ ਹੈ ਸਾਨੂੰ ਬਹੁਤ ਜ਼ਿਆਦਾ ਜਿਹੜਾ ਫਾਇਦਾ ਹੋਇਆ। ਸੋ ਅੱਜ ਦਾ ਮੈਂ ਲੈਕਚਰ ਇੱਥੇ ਹੀ ਖਤਮ ਕਰਦਾ ਹੈ, ਇਹਨੂੰ ਵਿਰਾਮ ਦਿੰਦਾ। ਸੋ ਅੱਜ ਲਾਈਵ ਕਲਾਸ ਵੀ ਤੁਹਾਡੀ ਲੱਗੂਗੀ ਤੇ ਲਾਈਵ ਕਲਾਸ 12 ਵਜੇ ਸਾਰੇ ਜਣੇ ਜਿਹੜਾ ਜੁਆਇਨ ਕਰੀਏ ਤੇ ਮੈਂ ਉਹ ਲਾਈਵ ਕਲਾਸ ਦੇ ਵਿੱਚ ਜਿਹੜੀ ਤੁਹਾਡੀ ਅਟੈਂਡੈਂਸ ਜਿਹੜੀ ਹੈ ਉਹ ਮੈਂ ਲੈਣੀ ਹੈ। ਠੀਕ ਹੈ ਜੀ, ਥੈਂਕ ਯੂ।